ਸਟੂਡੈਂਟਸ ਅਸੀਂ ਬ੍ਰੇਕਿੰਗ ਸਿਸਟਮ ਚੈਪਟਰ ਸਟਾਰਟ ਕੀਤਾ ਸੀਗਾ ਜਿਹਦੇ 'ਚ ਅਸੀਂ ਬ੍ਰੇਕਿੰਗ ਸਿਸਟਮ ਰਿਕੁਆਇਰਮੈਂਟਸ ਆਫ ਅ ਗੁੱਡ ਬ੍ਰੇਕਿੰਗ ਸਿਸਟਮ ਪਰਪਸ ਕੀ ਨੇ ਬ੍ਰੇਕਸ ਦੇ ਫੰਕਸ਼ਨਸ ਕੀ ਨੇ ਬ੍ਰੇਕਿੰਗ ਐਕਸ਼ਨ ਕਿਹਨੂੰ ਕਹਿੰਦੇ ਆ ਤੇ ਕੱਲ ਅਸੀਂ ਸਟੱਡੀ ਕੀਤਾ ਸੀਗਾ ਪ੍ਰਿੰਸੀਪਲ ਆਫ ਬ੍ਰੇਕਸ ਕੀ ਨੇ ਐਂਡ weight ਟ੍ਰਾਂਸਫਰ ਡਿਊਰਿੰਗ ਬ੍ਰੇਕਿੰਗ ਜਦੋਂ ਅਸੀਂ ਬ੍ਰੇਕ ਲਗਾਉਂਦੇ ਆ ਕਿਸ ਤਰ੍ਹਾਂ ਸਾਰੇ ਦਾ ਸਾਰਾ weight ਫਰੰਟ ਵੀਲ ਤੇ ਟ੍ਰਾਂਸਫਰ ਹੋ ਜਾਂਦਾ ਹੈ ਇਸ ਬਾਰੇ ਆਪਾਂ ਸਟੱਡੀ ਕੀਤਾ ਸੀਗਾ ਅੱਜ ਅਸੀਂ ਅੱਗੇ ਸਟੱਡੀ ਕਰਦੇ ਹਾਂ ਟਾਈਪਸ ਆਫ ਬ੍ਰੇਕਸ ਬ੍ਰੇਕਸ ਨੂੰ ਕਲਾਸੀਫਾਈ ਕਰਨ ਦੀਆਂ ਅਲੱਗ-ਅਲੱਗ ਕੰਸੀਡਰੇਸ਼ਨਸ ਨੇ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਤਰੀਕੇ ਨਾਲ ਬ੍ਰੇਕ ਨੂੰ ਕਲਾਸੀਫਾਈ ਕਰਦੇ ਹਾਂ ਸਭ ਤੋਂ ਪਹਿਲੇ ਜੇ ਆਪਾਂ ਪਰਪਸ ਦੇ ਅਕੋਰਡਿੰਗ ਬ੍ਰੇਕ ਨੂੰ ਕਲਾਸੀਫਾਈ ਕਰੀਏ ਬ੍ਰੇਕਸ ਦੋ ਤਰ੍ਹਾਂ ਦੀਆਂ ਨੇ ਪਹਿਲੀਆਂ ਨੇ ਫੁੱਟ ਬ੍ਰੇਕਸ ਜਿਹਨੂੰ ਅਸੀਂ ਸਰਵਿਸ ਬ੍ਰੇਕਸ ਵੀ ਕਹਿੰਦੇ ਆ ਤੇ ਦੂਸਰੀਆਂ ਨੇ ਹੈਂਡ ਬ੍ਰੇਕਸ ਜਿਹਨੂੰ ਅਸੀਂ ਪਾਰਕਿੰਗ ਬ੍ਰੇਕਸ ਕਹਿੰਦੇ ਆ ਸੋ ਅਕੋਰਡਿੰਗ ਟੂ ਪਰਪਸ ਦੇਰ ਆਰ ਟੂ ਟਾਈਪਸ ਆਫ ਬ੍ਰੇਕਸ ਫੁੱਟ ਬ੍ਰੇਕਸ ਐਂਡ ਹੈਂਡ ਬ੍ਰੇਕਸ ਹੈਂਡ ਬ੍ਰੇਕ ਉਹ ਜਿਹਨੂੰ ਅਸੀਂ ਪਾਰਕਿੰਗ ਬ੍ਰੇਕ ਕਹਿ ਦਿੰਦੇ ਆ ਸੈਕੰਡਰੀ ਬ੍ਰੇਕ ਕਹਿ ਦਿੰਦੇ ਆ ਤੇ ਫੁੱਟ ਬ੍ਰੇਕ ਕਿਹੜੀ ਹੋ ਗਈ ਜਿਹਨੂੰ ਅਸੀਂ ਸਰਵਿਸ ਬ੍ਰੇਕ ਕਹਿੰਦੇ ਆ ਜਾਂ ਅਸੀਂ ਕਹਿੰਦੇ ਆ ਪ੍ਰਾਇਮਰੀ ਬ੍ਰੇਕਸ ਜਿਹੜੀਆਂ ਕਾਮਨਲੀ ਆਪਾਂ ਬ੍ਰੇਕਸ ਯੂਜ਼ ਕਰਦੇ ਆ ਗੱਡੀ ਦੇ ਵਿੱਚ ਗੱਡੀ ਨੂੰ ਰੋਕਣ ਦੇ ਲਈ ਉਹ ਫੁੱਟ ਬ੍ਰੇਕ ਹੀ ਹੈ ਜੇ ਸਾਡੀ ਫੁੱਟ ਬ੍ਰੇਕ ਕੰਮ ਨਹੀਂ ਕਰਦੀ ਫਿਰ ਅਸੀਂ ਹੈਂਡ ਬ੍ਰੇਕ ਯੂਜ਼ ਕਰਦੇ ਆ ਜਾਂ ਸੈਕੰਡਰੀ ਬ੍ਰੇਕ ਯੂਜ਼ ਕਰਦੇ ਆ ਸੋ ਅਕੋਰਡਿੰਗ ਟੂ ਪਰਪਸ ਬ੍ਰੇਕਸ ਹੋ ਗਈਆਂ ਦੋ ਤਰ੍ਹਾਂ ਦੀਆਂ ਫੁੱਟ ਬ੍ਰੇਕ ਤੇ ਹੈਂਡ ਬ੍ਰੇਕ ਸੈਕੰਡ ਕਲਾਸੀਫਿਕੇਸ਼ਨ ਦੇ ਅਕੋਰਡਿੰਗ ਕਹਿੰਦੇ ਨੇ ਜੀ ਲੋਕੇਸ਼ਨ ਜੇ ਆਪਾਂ ਲੋਕੇਸ਼ਨ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਵੀ ਬ੍ਰੇਕਸ ਦੋ ਤਰ੍ਹਾਂ ਦੀਆਂ ਨੇ ਇੱਕ ਪਹਿਲੀਆਂ ਵੀਲ ਬ੍ਰੇਕਸ ਤੇ ਦੂਸਰੀਆਂ ਟਰਾਂਸਮਿਸ਼ਨ ਬ੍ਰੇਕਸ ਵੀਲ ਬ੍ਰੇਕਸ ਕਿਹੜੀਆਂ ਹੋਣਗੀਆਂ ਜਿਹੜੀਆਂ ਲੋਕੇਟਿਡ ਹੋਣਗੀਆਂ ਵੀਲਸ ਦੇ ਉੱਪਰ ਤੇ ਟਰਾਂਸਮਿਸ਼ਨ ਬ੍ਰੇਕਸ ਕਿਹੜੀਆਂ ਹੋਣਗੀਆਂ ਜਿਹੜੀਆਂ ਲੋਕੇਟਿਡ ਹੋਣਗੀਆਂ ਟਰਾਂਸਮਿਸ਼ਨ ਦੇ ਵਿੱਚ ਟਰਾਂਸਮਿਸ਼ਨ ਦਾ ਮਤਲਬ ਕੀ ਹੋ ਗਿਆ ਜਿੱਥੋਂ ਇੰਜਨ ਨੇ ਪਾਵਰ ਪ੍ਰੋਡਿਊਸ ਕੀਤੀ ਪਾਵਰ ਪ੍ਰੋਡਿਊਸ ਕਰਨ ਤੋਂ ਬਾਅਦ ਪਾਵਰ ਕਲਚ 'ਚ ਗਈ ਕਲਚ ਤੋਂ ਬਾਅਦ ਗੇਅਰ ਬਾਕਸ ਗਈ ਗੇਅਰ ਬਾਕਸ ਤੋਂ ਬਾਅਦ ਪ੍ਰੋਪੈਲਰ ਗਈ ਪ੍ਰੋਪੈਲਰ ਤੋਂ ਬਾਅਦ ਡਿਫਰੈਂਸ਼ੀਅਲ ਗਈ ਤੇ ਡਿਫਰੈਂਸ਼ੀਅਲ ਤੋਂ ਬਾਅਦ ਐਕਸਲ ਗਈ ਇੰਜਨ ਤੋਂ ਬਾਅਦ ਜੋ ਕੁਝ ਵੀ ਲੱਗਾ ਹੈ ਕਲਚ ਤੋਂ ਬਾਅਦ ਗੇਅਰ ਬਾਕਸ ਲੱਗਾ ਹੈ ਪ੍ਰੋਪੈਲਰ ਲੱਗੀ ਹੈ ਇਹ ਸਾਰਾ ਟਰਾਂਸਮਿਸ਼ਨ ਹੈ ਜੇ ਕੋਈ ਬ੍ਰੇਕ ਟਰਾਂਸਮਿਸ਼ਨ 'ਚ ਲੱਗੀ ਹੈ ਉਹਨੂੰ ਅਸੀਂ ਟਰਾਂਸਮਿਸ਼ਨ ਬ੍ਰੇਕ ਕਵਾਂਗੇ ਜਿਹੜੀ ਟਰਾਂਸਮਿਸ਼ਨ ਤੇ ਲੋਕੇਟਿਡ ਹੋਏਗੀ ਉਹ ਹੋਏਗੀ ਟਰਾਂਸਮਿਸ਼ਨ ਬ੍ਰੇਕ ਤੇ ਜਿਹੜੀ ਵੀਲ ਬ੍ਰੇਕ ਹੋਏਗੀ ਉਹ ਹਮੇਸ਼ਾ ਵੀਲ ਤੇ ਹੀ ਲੋਕੇਟ ਹੋਏਗੀ ਉਹਨੂੰ ਵੀਲ ਤੇ ਹੀ ਲੋਕੇਟ ਕੀਤਾ ਜਾਏਗਾ ਥਰਡ ਪੁਆਇੰਟ ਦੇ ਵਿੱਚ ਥਰਡ ਕਲਾਸੀਫਿਕੇਸ਼ਨ ਦੇ ਵਿੱਚ ਉਹ ਕੀ ਕਹਿੰਦੇ ਨੇ ਅਕੋਰਡਿੰਗ ਟੂ ਕੰਸਟਰਕਸ਼ਨ ਜੇ ਅਸੀਂ ਕੰਸਟਰਕਸ਼ਨ ਦੇ ਹਿਸਾਬ ਦੇ ਨਾਲ ਦੇਖਦੇ ਹਾਂ ਤਾਂ ਬ੍ਰੇਕਸ ਦੋ ਤਰ੍ਹਾਂ ਦੀਆਂ ਨੇ ਇੱਕ ਨੇ ਡਰਮ ਬ੍ਰੇਕਸ ਦੂਸਰੀਆਂ ਨੇ ਡਿਸਕ ਬ੍ਰੇਕ ਦੋ ਬ੍ਰੇਕਸ ਨੇ ਪਹਿਲੀਆਂ ਡਰਮ ਤੇ ਦੂਸਰੀਆਂ ਡਿਸਕ ਅਸੀਂ ਜਦੋਂ ਕੋਈ ਵੀ ਬਾਈਕ ਵਗੈਰਾ ਪਰਚੇਜ਼ ਕਰਦੇ ਹਾਂ ਉਹਦੇ 'ਚ ਵੀ ਦੋ ਹੀ ਮਾਡਲ ਆਉਂਦੇ ਨੇ ਇੱਕ ਡਰਮ ਬ੍ਰੇਕ ਵਾਲਾ ਤੇ ਇੱਕ ਡਿਸਕ ਬ੍ਰੇਕ ਵਾਲਾ ਸੋ ਡਰਮ ਬ੍ਰੇਕ ਤੇ ਡਿਸਕ ਬ੍ਰੇਕਸ ਕਿਹੜੀਆਂ ਹੋਣਗੀਆਂ ਜਿਹੜੀਆਂ ਅਸੀਂ ਬਾਈਕ ਵਗੈਰਾ 'ਚ ਯੂਜ਼ ਕਰਦੇ ਹਾਂ ਉਹਨਾਂ ਨੂੰ ਅਸੀਂ ਦੋ ਕੈਟੇਗਰੀ 'ਚ ਡਿਵਾਈਡ ਕਰਤਾ ਅਕੋਰਡਿੰਗ ਟੂ ਕੰਸਟਰਕਸ਼ਨ ਪਹਿਲੀ ਆ ਗਈ ਡਰਮ ਬ੍ਰੇਕਸ ਤੇ ਦੂਸਰੀ ਆ ਗਈ ਡਿਸਕ ਬ੍ਰੇਕ ਜਿਹੜੀ ਡਰਮ ਬ੍ਰੇਕ ਹੈ ਉਹ ਫਰਦਰ ਦੋ ਤਰ੍ਹਾਂ ਦੀ ਹੈ ਇੰਟਰਨਲ ਐਕਸਪੈਂਡਿੰਗ ਬ੍ਰੇਕਸ ਤੇ ਦੂਸਰੀ ਆ ਗਈ ਐਕਸਟਰਨਲ ਕੰਟਰੈਕਟਿੰਗ ਬ੍ਰੇਕਸ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਇਹ ਤਿੰਨਾਂ ਬਾਰੇ ਸਟੱਡੀ ਕਰਾਂਗੇ ਡਰਮ ਬ੍ਰੇਕਸ ਕੀ ਨੇ ਇੰਟਰਨਲ ਐਕਸਪੈਂਡਿੰਗ ਕਿਹੜੀਆਂ ਤੇ ਐਕਸਟਰਨਲ ਕੰਟਰੈਕਟਿੰਗ ਕਿਹੜੀਆਂ ਸੋ ਅਕੋਰਡਿੰਗ ਟੂ ਕੰਸਟਰਕਸ਼ਨ ਬ੍ਰੇਕਸ ਦੋ ਤਰ੍ਹਾਂ ਦੀ ਹੋ ਗਈਆਂ ਇੱਕ ਡਰਮ ਬ੍ਰੇਕਸ ਦੂਜੀਆਂ ਆ ਗਈਆਂ ਡਿਸਕ ਬ੍ਰੇਕਸ ਤੇ ਜਿਹੜੀਆਂ ਡਰਮ ਬ੍ਰੇਕਸ ਨੇ ਉਹ ਫਰਦਰ ਦੋ ਤਰ੍ਹਾਂ ਦੀਆਂ ਨੇ ਇੰਟਰਨਲ ਐਕਸਪੈਂਡਿੰਗ ਬ੍ਰੇਕਸ ਤੇ ਐਕਸਟਰਨਲ ਕੰਟਰੈਕਟਿੰਗ ਬ੍ਰੇਕਸ ਫੋਰਥ ਪੁਆਇੰਟ ਦੇ ਵਿੱਚ ਉਹ ਕਹਿੰਦੇ ਨੇ ਫੋਰਥ ਕਲਾਸੀਫਿਕੇਸ਼ਨ ਕਿਹੜੀ ਆ ਗਈ ਮੋਡ ਆਫ ਆਪਰੇਸ਼ਨ ਜੇ ਆਪਾਂ ਮੋਡ ਆਫ ਆਪਰੇਸ਼ਨ ਦੇਖਦੇ ਹਾਂ ਮੋਡ ਆਫ ਆਪਰੇਸ਼ਨ ਦੇ ਅਕੋਰਡਿੰਗ ਬ੍ਰੇਕਸ ਜਿਹੜੀਆਂ ਨੇ ਉਹ ਪੰਜ ਤਰ੍ਹਾਂ ਦੀਆਂ ਨੇ ਪਹਿਲੇ ਨੇ ਜੀ ਮਕੈਨੀਕਲ ਬ੍ਰੇਕਸ ਦੂਜੀਆਂ ਨੇ ਹਾਈਡ੍ਰੋਲਿਕ ਬ੍ਰੇਕਸ ਤੀਜੀਆਂ ਵੈਕਿਊਮ ਬ੍ਰੇਕਸ ਚੌਥੀਆਂ 에ਅਰ ਬ੍ਰੇਕਸ ਤੇ ਪੰਜਵੀਂ ਆ ਗਈਆਂ ਇਲੈਕਟ੍ਰੀਕਲ ਬ੍ਰੇਕਸ ਇਹ ਸਾਡੀ ਲਾਸਟ ਕਲਾਸੀਫਿਕੇਸ਼ਨ ਸੀਗੀ ਫੋਰਥ ਕਲਾਸੀਫਿਕੇਸ਼ਨ ਮੋਡ ਆਫ ਆਪਰੇਸ਼ਨ ਦੇ ਹਿਸਾਬ ਦੇ ਨਾਲ ਪੰਜ ਤਰ੍ਹਾਂ ਦੀਆਂ ਬ੍ਰੇਕਸ ਨੇ ਮਕੈਨੀਕਲ ਹਾਈਡ੍ਰੋਲਿਕ ਵੈਕਿਊਮ 에ਅਰ ਤੇ ਇਲੈਕਟ੍ਰਿਕ ਹੁਣ ਆਪਾਂ ਸਟੱਡੀ ਕਰਦੇ ਹਾਂ ਡਰਮ ਬ੍ਰੇਕ ਬਾਰੇ ਜਿਹੜੀ ਆਪਾਂ ਗੱਲ ਕੀਤੀ ਸੀਗੀ ਅਕੋਰਡਿੰਗ ਟੂ ਕੰਸਟਰਕਸ਼ਨ ਜੇ ਆਪਾਂ ਇੱਕ ਕੰਸਟਰਕਸ਼ਨ ਦੇ ਹਿਸਾਬ ਦੇ ਨਾਲ ਦੇਖਾਂਗੇ ਕੰਸਟਰਕਸ਼ਨ ਦੇ ਹਿਸਾਬ ਦੇ ਨਾਲ ਬ੍ਰੇਕਸ ਦੋ ਤਰ੍ਹਾਂ ਦੀਆਂ ਨੇ ਡਰਮ ਬ੍ਰੇਕਸ ਤੇ ਡਿਸਕ ਬ੍ਰੇਕ ਅੱਜ ਅਸੀਂ ਸਟੱਡੀ ਕਰਾਂਗੇ ਡਰਮ ਬ੍ਰੇਕ ਬਾਰੇ ਡਰਮ ਬ੍ਰੇਕਸ ਇੰਟਰਨਲ ਐਕਸਪੈਂਡਿੰਗ ਤੇ ਐਕਸਟਰਨਲ ਕੰਟਰੈਕਟਿੰਗ ਪਹਿਲੇ ਆਪਾਂ ਗੱਲ ਕਰਦੇ ਹਾਂ ਇੰਟਰਨਲ ਐਕਸਪੈਂਡਿੰਗ ਬ੍ਰੇਕਸ ਦੀ ਜਿਹੜੀ ਕਿ ਡਰਮ ਬ੍ਰੇਕ ਦੀ ਫਰਦਰ ਇੱਕ ਟਾਈਪ ਹੈ ਇੰਟਰਨਲ ਐਕਸਪੈਂਡਿੰਗ ਬ੍ਰੇਕਸ ਸੋ ਇਹ ਰਹੀ ਜੀ ਤੁਹਾਡੀ ਡਰਮ ਬ੍ਰੇਕ ਜਿਹੜੀ ਕੀ ਹੈ ਇੰਟਰਨਲ ਐਕਸਪੈਂਡਿੰਗ
ਸੋ ਪਹਿਲੇ ਅਸੀਂ ਗੱਲ ਕਰਾਂਗੇ ਡਰਮ ਬ੍ਰੇਕਸ ਦੀ। ਕਿਹੜੀਆਂ ਡਰਮ ਬ੍ਰੇਕਸ? ਜਿਹੜੀਆਂ ਇੰਟਰਨਲ ਐਕਸਪੈਂਡਿੰਗ ਨੇ, ਤੇ ਐਕਸਟਰਨਲ ਕੰਟਰੈਕਟਿੰਗ ਦੀ ਗੱਲ ਅਸੀਂ ਬਾਅਦ ਚੋਂ ਕਰਦੇ ਹਾਂ। ਪਹਿਲੇ ਅਸੀਂ ਗੱਲ ਕਰਦੇ ਹਾਂ ਡਰਮ ਬ੍ਰੇਕ ਦੀ ਕੰਸਟਰਕਸ਼ਨ ਦੀ। ਡਰਮ ਬ੍ਰੇਕ ਜਿਹੜੀ ਹੈ ਉਹਨੂੰ ਕੰਸਟਰਕਟ ਕਿੱਦਾਂ ਕੀਤਾ ਗਿਆ? ਇਹ ਇੱਕ ਡਾਇਗਰਾਮ ਹੈ ਡਰਮ ਬ੍ਰੇਕ ਦਾ। ਸਟੱਡੀ ਅਸੀਂ ਹੁਣ ਨਾਲ ਕਰਦੇ ਹਾਂ ਕੀ ਕਹਿੰਦੇ ਨੇ ਡਰਮ ਬ੍ਰੇਕ ਬਾਰੇ। ਸਭ ਤੋਂ ਪਹਿਲੇ ਕਹਿੰਦੇ ਜੀ, ਦਿਸ ਟਾਈਪ ਆਫ ਬ੍ਰੇਕ ਕੰਸਿਸਟ ਆਫ ਏ ਬ੍ਰੇਕ ਡਰਮ ਵਿਚ ਇਜ਼ ਅਟੈਚਡ concentrating to the axle hub। ਕੀ ਕਹਿੰਦੇ ਨੇ ਵੀ ਇਹ ਇੱਕ ਐਦਾਂ ਦੀ ਬ੍ਰੇਕ ਹੈ ਜਿਹਦੇ ਵਿੱਚ ਇੱਕ ਬ੍ਰੇਕ ਡਰਮ ਹੈ ਤੇ ਉਸ ਬ੍ਰੇਕ ਡਰਮ ਨੂੰ ਕਿਹਦੇ ਨਾਲ ਅਟੈਚ ਕੀਤਾ ਗਿਆ? ਐਕਸਲ ਹੱਬ ਦੇ ਨਾਲ। ਸੋ ਇਹ ਜਿਹੜਾ ਬਲੈਕ ਵਾਲਾ ਪਾਰਟ ਤੁਹਾਨੂੰ ਦਿਖਾਇਆ ਗਿਆ ਡਾਇਗਰਾਮ ਦੇ ਵਿੱਚ, ਇਹਨੂੰ ਅਸੀਂ ਬ੍ਰੇਕ ਡਰਮ ਕਹਿੰਦੇ ਆ। ਤੁਹਾਨੂੰ ਦੂਸਰੀ ਇਮੇਜ ਤੋਂ ਜ਼ਿਆਦਾ ਕਲੀਅਰ ਹੋਏਗਾ। ਇਹ ਰਿਹਾ ਜੀ ਬ੍ਰੇਕ ਡਰਮ। ਇਹ ਪਾਰਟ ਜਿਹੜਾ ਰਾਈਟ ਵਾਲਾ ਡਾਇਗਰਾਮ ਹੈ, ਇਹ ਬ੍ਰੇਕ ਡਰਮ ਹੈ, ਠੀਕ ਹੈ। ਤੇ ਇਸ ਬ੍ਰੇਕ ਡਰਮ ਨੂੰ ਜੋੜਿਆ ਕਿਹਦੇ ਨਾਲ ਗਿਆ ਹੈ? ਐਕਸਲ ਹੱਬ ਦੇ ਨਾਲ ਜੋੜਿਆ ਗਿਆ। ਜਿਹੜੀ ਐਕਸਲ ਦੀ ਹੱਬ ਹੈ ਉਹਦੇ ਨਾਲ ਇਹ ਵਾਲੇ ਬ੍ਰੇਕ ਡਰਮ ਨੂੰ ਇਸ ਹੋਲ ਦੇ ਰਾਹੀਂ ਐਕਸਲ ਹੱਬ ਦੇ ਨਾਲ ਆਪਾਂ ਜੋੜਤਾ। ਇਹ ਜਿਹੜੇ ਵੀਲ ਸਟੱਡ ਲੱਗੇ ਸੀਗੇ, ਇਹ ਵੀਲ ਮਾਊਂਟ ਕਰਨ ਵਾਸਤੇ ਲੱਗੇ ਨੇ, ਤੇ ਵੀ ਜਿਹੜਾ ਆਪਾਂ ਵੀਲ ਮਾਊਂਟ ਕਰਨਾ ਉਹਨਾਂ ਵਾਸਤੇ ਵੀਲ ਸਟੱਡ ਲੱਗੇ ਨੇ। ਸੋ ਬ੍ਰੇਕ ਡਰਮ ਦੇ ਵਿੱਚ ਕੀ ਹੋਏਗਾ? ਇੱਕ ਡਰਮ ਹੋਏਗਾ, ਉਸ ਡਰਮ ਨੂੰ ਅਸੀਂ ਐਕਸਲ ਦੇ ਹੱਬ ਦੇ ਨਾਲ ਜੋੜ ਦੇਵਾਂਗੇ। A back plate is mounted on the axle casing। ਤੇ ਐਕਸਲ ਦੀ ਕੇਸਿੰਗ ਦੇ ਉੱਪਰ ਕੀ ਹੋਏਗਾ? ਇੱਕ ਬੈਕ ਪਲੇਟ ਹੋਏਗੀ, ਐਰੀ ਬੈਕ ਪਲੇਟ, ਇਹ ਪਿੱਛੇ ਵਾਲੀ ਪਲੇਟ। ਇਹ ਜਿਹੜੀ ਬੈਕ ਪਲੇਟ ਹੈ ਜਿਹੜੀ ਗ੍ਰੇ ਕਲਰ ਚ ਦਿਖਾਈ ਗਈ ਹੈ, ਇਸ ਡਾਇਗਰਾਮ ਚ ਵੀ ਦਿਖਾਈ ਗਈ ਹੈ, ਇਸ ਡਾਇਗਰਾਮ ਚ ਵੀ ਦਿਖਾਈ ਗਈ ਹੈ। ਇੱਕ ਬੈਕ ਪਲੇਟ ਹੈ ਜਿਹਨੂੰ ਮਾਊਂਟਡ ਕੀਤਾ ਗਿਆ ਐਕਸਲ ਦੀ ਕੇਸਿੰਗ ਦੇ ਉੱਪਰ। ਜਿਹੜੀ ਐਕਸਲ ਦੀ ਕੇਸਿੰਗ ਹੈ ਉਹਦੇ ਉੱਪਰ ਬੈਕ ਪਲੇਟ ਨੂੰ ਮਾਊਂਟ ਕੀਤਾ ਗਿਆ ਇੱਧਰ ਵੀ, ਤੇ ਜੇ ਆਪਾਂ ਇੱਧਰ ਦੇਖਦੇ ਹਾਂ ਤੇ ਇਸ ਸਾਈਡ ਤੇ ਵੀ, ਠੀਕ ਹੈ ਜੀ। Inside the brake drum there are two brake shoes anchored at the lower end to the back plate and connected to each other at the top through a spring। ਜੇ ਆਪਾਂ ਬ੍ਰੇਕ ਡਰਮ ਦੇ ਅੰਦਰ ਦੇਖੀਏ ਤੇ ਦੋ ਬ੍ਰੇਕ ਸ਼ੂ ਨੇ। ਇੱਕ ਬ੍ਰੇਕ ਸ਼ੂ ਇੱਧਰ ਲੱਗਾ ਜੀ, ਦੂਸਰਾ ਬ੍ਰੇਕ ਸ਼ੂ ਇੱਧਰ ਲੱਗਾ ਹੈ। ਦੂਜੇ ਡਾਇਗਰਾਮ 'ਚ ਦੇਖਦੇ ਹਾਂ, ਇੱਕ ਬ੍ਰੇਕ ਸ਼ੂ ਹੈ ਰਿਹਾ, ਦੂਸਰਾ ਬ੍ਰੇਕ ਸ਼ੂ ਹੈ ਰਿਹਾ। ਦੋ ਬ੍ਰੇਕ ਸ਼ੂ ਨੇ ਇਹ ਜਿਹੜੇ ਬਾਹਰ ਲੱਗੇ ਨੇ। ਟੂ ਬ੍ਰੇਕ ਸ਼ੂ ਐਂਕਰਡ ਐਟ ਦੀ ਲੋਅਰ ਐਂਡ। ਇਹਨਾਂ ਨੂੰ ਐਂਕਰ ਕਿੱਥੇ ਕੀਤਾ ਗਿਆ? ਲੋਅਰ ਐਂਡ ਜਿਹੜੇ ਇਹਨਾਂ ਦੇ ਨੇ ਉਹਨਾਂ ਨੂੰ ਐਂਕਰ ਕੀਤਾ ਗਿਆ। ਜੇ ਆਪਾਂ ਇਸ ਡਾਇਗਰਾਮ 'ਚ ਦੇਖਦੇ ਹਾਂ, ਲੋਅਰ ਐਂਡ ਜਿਹੜਾ ਉਹਨੂੰ ਇੱਕ ਜਗ੍ਹਾ ਤੇ ਐਂਕਰ ਕੀਤਾ ਗਿਆ, ਇੱਕ ਜਗ੍ਹਾ ਤੇ ਫਿਕਸ ਕੀਤਾ ਗਿਆ। ਇਹ ਦੋ ਬ੍ਰੇਕ ਸ਼ੂ ਸੀਗੇ, ਇਹਨਾਂ ਦਾ ਜਿਹੜਾ ਲੋਅਰ ਐਂਡ ਸੀਗਾ ਉਹਨਾਂ ਨੂੰ ਇੱਕ ਜਗ੍ਹਾ ਤੇ ਐਂਕਰ ਕਰ ਦਿੱਤਾ ਗਿਆ, ਇੱਕ ਜਗ੍ਹਾ ਤੇ ਫਿਕਸ ਕਰ ਦਿੱਤਾ ਗਿਆ। ਟੂ ਦੀ ਬੈਕ ਪਲੇਟ, ਬਲੈਕ ਪਲੇਟ ਦੇ ਨਾਲ ਉਹਨੂੰ ਐਂਕਰ ਕੀਤਾ ਗਿਆ, ਬਲੈਕ ਪਲੇਟ ਦੇ ਨਾਲ ਉਹਨੂੰ ਜੋੜਿਆ ਗਿਆ। ਐਂਡ ਕਨੈਕਟਡ ਟੂ ਈਚ ਅਦਰ ਐਟ ਦੀ ਟੌਪ ਥਰੂ ਏ ਸਪਰਿੰਗ। ਤੇ ਉਹਨਾਂ ਨੂੰ ਟੌਪ ਤੋਂ ਕਿਹਦੇ ਰਾਹੀਂ ਜੋੜਿਆ ਗਿਆ? ਇੱਕ ਸਪਰਿੰਗ ਦੇ ਰਾਹੀਂ ਜੋੜਿਆ ਗਿਆ। ਇਹ ਰਿਹਾ ਸਪਰਿੰਗ। ਇਸ ਸਪਰਿੰਗ ਦੇ ਰਾਹੀਂ ਟੌਪ ਤੋਂ ਦੋ ਬ੍ਰੇਕ ਸ਼ੂ ਜਿਹੜੇ ਸੀਗੇ ਉਹਨਾਂ ਨੂੰ ਜੋੜਤਾ ਗਿਆ, ਤੇ ਨੀਚੇ ਕੀ ਕੀਤਾ ਗਿਆ? ਨੀਚੇ ਉਹਨਾਂ ਨੂੰ ਐਂਕਰ ਦੇ ਨਾਲ ਜੋੜਤਾ ਗਿਆ। ਐਂਕਰ ਮਤਲਬ ਇੱਕ ਲਿੰਕ ਦੇ ਨਾਲ ਜੋੜਤਾ ਗਿਆ, ਠੀਕ ਹੈ ਜੀ। ਬ੍ਰੇਕ ਡਰਮ ਦੇ ਅੰਦਰ ਦੋ ਬ੍ਰੇਕ ਸ਼ੂ ਹੋਣਗੇ। ਬ੍ਰੇਕ ਸ਼ੂ ਦਾ ਜਿਹੜਾ ਲੋਅਰ ਐਂਡ ਹੋਏਗਾ ਉਹਨੂੰ ਜੋੜਿਆ ਜਾਏਗਾ ਇੱਕ ਐਂਕਰ ਦੇ ਨਾਲ, ਤੇ ਜਿਹੜਾ ਉੱਪਰ ਵਾਲਾ ਐਂਡ ਹੋਏਗਾ ਉਹਨੂੰ ਜੋੜਿਆ ਜਾਏਗਾ ਸਪ੍ਰਿੰਗਸ ਦੇ ਨਾਲ। ਫ੍ਰਿਕਸ਼ਨ ਲਾਈਨਿੰਗਸ ਆਰ ਮਾਊਂਟਡ ਔਨ ਦੀ ਬ੍ਰੇਕ ਸ਼ੂਜ਼। ਇਹ ਜਿਹੜੇ ਬ੍ਰੇਕ ਸ਼ੂਜ਼ ਨੇ ਇਹਨਾਂ ਦੇ ਉੱਪਰ ਇੱਕ ਫ੍ਰਿਕਸ਼ਨ ਲਾਈਨਿੰਗ ਲੱਗੀ ਹੋਏਗੀ, ਇੱਕ ਫ੍ਰਿਕਸ਼ਨ ਮਟੀਰੀਅਲ ਲੱਗਾ ਹੋਏਗਾ। ਇੱਧਰ ਵੀ ਜਿਹੜਾ ਬ੍ਰੇਕ ਸ਼ੂ ਉਧਰ ਵੀ ਫ੍ਰਿਕਸ਼ਨ ਮਟੀਰੀਅਲ ਲੱਗਾ ਹੋਏਗਾ, ਉਧਰ ਜਿਹੜਾ ਬ੍ਰੇਕ ਸ਼ੂ ਹੈ ਉਧਰ ਵੀ ਫ੍ਰਿਕਸ਼ਨ ਮਟੀਰੀਅਲ ਲੱਗਾ ਹੋਏਗਾ, ਠੀਕ ਹੈ ਜੀ। ਬ੍ਰੇਕ ਸ਼ੂ ਦੋ ਸੀਗੇ, ਦੋਨਾਂ ਬ੍ਰੇਕ ਸ਼ੂਜ਼ ਦੇ ਉੱਪਰ ਇੱਕ ਫ੍ਰਿਕਸ਼ਨ ਲਾਈਨਿੰਗ ਜਿਹੜੀ ਹੈ ਉਹ ਅਸੀਂ ਮਾਊਂਟ ਕਰ ਦਿੱਤੀ। ਦੀ ਸਪਰਿੰਗ ਕੀਪਸ ਦੀ ਬ੍ਰੇਕ ਸ਼ੂ ਅਵੇ ਫਰੋਮ ਦੀ ਡਰਮ ਵੈਨ ਦੀ ਬ੍ਰੇਕਸ ਆਰ ਨੋਟ ਅਪਲਾਈਡ। ਜਿਹੜੇ ਆਪਾਂ ਸਪਰਿੰਗ ਲਗਾਏ ਸੀਗੇ ਉਹਨਾਂ ਸਪਰਿੰਗਸ ਦਾ ਕੰਮ ਕੀ ਸੀਗਾ? ਵੀ ਜਿਹੜੇ ਬ੍ਰੇਕ ਸ਼ੂ ਨੇ ਨਾ ਉਹਨਾਂ ਨੂੰ ਜਿਹੜੇ ਦੋ ਬ੍ਰੇਕ ਸ਼ੂ ਨੇ ਉਹਨਾਂ ਨੂੰ ਇੱਕ ਦੂਜੇ ਤੋਂ ਪਰੇ ਰੱਖਣਾ ਜਦੋਂ ਬ੍ਰੇਕਸ ਨਹੀਂ ਲੱਗੀਆਂ। ਇਹ ਦੇਖੋ ਜਿਹੜਾ ਸਪਰਿੰਗ ਲੱਗਾ ਹੈ, ਇਹ ਸਪਰਿੰਗ ਕੀ ਕਰਦੇ ਨੇ? ਜਦੋਂ ਆਪਾਂ ਬ੍ਰੇਕ ਨਹੀਂ ਅਪਲਾਈ ਕੀਤੀ ਉਦੋਂ ਜਿਹੜੇ ਸਾਡੇ ਇਹ ਸ਼ੂ ਨੇ, ਇਹ ਸ਼ੂ ਜਿਹੜੇ ਨੇ ਇਹ ਟੱਚ ਨਾ ਕਰਦੇ ਰਹਿਣ ਬ੍ਰੇਕ ਡਰਮ ਨੂੰ। ਇਹ ਕੰਮ ਕਰਦੇ ਨੇ ਸ਼ੂਜ਼ ਨੂੰ ਇੱਕ ਦੂਜੇ ਤੋਂ ਪਰੇ ਰੱਖਣ ਦਾ। ਮਤਲਬ ਜਿਹੜੇ ਆਪਾਂ ਸਪਰਿੰਗ ਅੰਦਰ ਅਟੈਚ ਕੀਤੇ, ਇਹ ਵਾਲਾ ਅੰਦਰ ਜਿਹੜਾ ਸਪਰਿੰਗ ਹੈ, ਇਹ ਸਪਰਿੰਗ ਦਾ ਕੰਮ ਕੀ ਹੈ? ਜਦੋਂ ਅਸੀਂ ਬ੍ਰੇਕ ਲਗਾਈਏ ਉਦੋਂ ਤੇ ਇਹ ਵਾਲੇ ਜਿਹੜੇ ਬ੍ਰੇਕ ਲਾਈਨਿੰਗ ਹੈ ਇਹ ਡਰਮ ਨੂੰ ਟੱਚ ਕਰੇ
ਤੇ ਜਦੋਂ ਅਸੀਂ ਸਪਰਿੰਗ ਬ੍ਰੇਕ ਨਾ ਲਗਾਈਏ ਉਦੋਂ ਸਪਰਿੰਗ ਕੀ ਕਰਨ, ਆਪਣੇ ਆਪ ਬ੍ਰੇਕ ਸ਼ੂ ਨੂੰ, ਬ੍ਰੇਕ ਲਾਈਨਿੰਗ ਨੂੰ ਪਿੱਛੇ ਲੈ ਜਾਣ। ਠੀਕ ਹੈ, ਇਹ ਕੰਮ ਹੈ ਸਪਰਿੰਗਸ ਦਾ। ਦੀ ਸਪਰਿੰਗਸ ਕੀਪਸ ਦੀ ਬ੍ਰੇਕ ਸ਼ੂ ਅਵੇ ਫਰੋਮ ਦੀ ਡਰਮ ਵੈਨ ਦੀ ਬ੍ਰੇਕਸ ਆਰ ਨੋਟ ਅਪਲਾਈਡ। ਜਦੋਂ ਬ੍ਰੇਕਸ ਅਪਲਾਈ ਨਹੀਂ ਕੀਤੀਆਂ ਜਾਣਗੀਆਂ ਉਦੋਂ ਇਹ ਸਪਰਿੰਗ ਕੀ ਕਰਨਗੇ, ਬ੍ਰੇਕ ਸ਼ੂ ਨੂੰ ਬ੍ਰੇਕ ਡਰਮ ਤੋਂ ਪਿੱਛੇ ਰੱਖਣ ਦੇ ਵਿੱਚ ਹੈਲਪ ਕਰਨਗੇ। The brake shoes are anchored at one end, whereas on the other end a force is applied through some mechanism। ਕੀ ਕਹਿੰਦੇ ਹੋ? The brake shoes are anchored at one end। ਜਿਹੜੇ ਬ੍ਰੇਕ ਸ਼ੂ ਨੇ ਉਹ ਇੱਕ ਜਗ੍ਹਾ ਤੇ ਐਂਕਰਡ ਕੀਤੇ ਗਏ ਨੇ। ਇਹ ਦੇਖੋ, ਜਿਹੜੇ ਦੋ ਬ੍ਰੇਕ ਸ਼ੂ ਸੀਗੇ ਉਹਨਾਂ ਨੂੰ ਇੱਕ ਜਗ੍ਹਾ ਤੇ ਜੋੜ ਦਿੱਤਾ ਗਿਆ। ਉਹ ਜੋੜਿਆ ਕਿੱਥੇ ਗਿਆ? ਜੇ ਆਪਾਂ ਇਸ ਡਾਇਗਰਾਮ 'ਚ ਦੇਖਦੇ ਹਾਂ, ਇਸ ਡਾਇਗਰਾਮ 'ਚ ਨੀਚੇ ਜੋੜਿਆ ਗਿਆ। ਜੇ ਆਪਾਂ ਇਸ ਡਾਇਗਰਾਮ 'ਚ ਦੇਖਦੇ ਹਾਂ, ਇਸ ਡਾਇਗਰਾਮ 'ਚ ਉੱਪਰ ਜੋੜਿਆ ਗਿਆ। ਠੀਕ ਹੈ ਜੀ, ਨੀਚੇ ਵੀਲ ਸਿਲੰਡਰ ਹੈ, ਉਹਦੇ 'ਚ ਉੱਪਰ ਵੀਲ ਸਿਲੰਡਰ ਹੈ। ਉਹ ਕੀ ਕਹਿੰਦੇ ਨੇ ਵੀ ਜਿਹੜੇ ਬ੍ਰੇਕ ਸ਼ੂ ਨੇ ਨਾ, ਉਹਨਾਂ ਦਾ ਇੱਕ ਸਿਰਾ ਜਿਹੜਾ ਹੈ ਉਹ ਇੱਕ ਜਗ੍ਹਾ ਤੇ ਫਿਕਸ ਕਰ ਦਿੱਤਾ ਗਿਆ, ਜਿਹੜਾ ਦੂਜਾ ਸਿਰਾ ਹੈ ਉਹਦੇ ਤੇ ਕੀ ਲਗਾ ਦਿੱਤਾ ਗਿਆ, ਇੱਕ ਮਕੈਨਿਜ਼ਮ ਲਗਾ ਦਿੱਤਾ ਗਿਆ ਜਿੰਨੇ ਫੋਰਸ ਅਪਲਾਈ ਕਰਨੀ ਹੈ। ਇਹਦੇ 'ਚ ਦੇਖਿਆ ਜਾਏ ਵੀਲ ਸਿਲੰਡਰ ਨੀਚੇ ਲਗਾਤਾ, ਇਸ ਵੀਲ ਸਿਲੰਡਰ ਨੇ ਫੋਰਸ ਅਪਲਾਈ ਕਰਨੀ ਹੈ। ਜੇ ਆਪਾਂ ਇੱਧਰ ਦੇਖਦੇ ਪਏ ਇਹਨਾਂ ਨੇ ਵੀਲ ਸਿਲੰਡਰ ਉੱਪਰ ਲਗਾਤਾ, ਇਸ ਵੀਲ ਸਿਲੰਡਰ ਨੇ ਫੋਰਸ ਅਪਲਾਈ ਕਰਨੀ ਹੈ। ਜਦੋਂ ਅਸੀਂ ਬ੍ਰੇਕ ਨੱਪਾਂਗੇ ਇਹ ਵੀਲ ਸਿਲੰਡਰ ਕੀ ਕਰੇਗਾ, ਫੋਰਸ ਅਪਲਾਈ ਕਰੇਗਾ। ਫੋਰਸ ਅਪਲਾਈ ਕਰਨ ਦੇ ਨਾਲ ਕੀ ਹੋਏਗਾ, ਇਹ ਸ਼ੂ ਜਿਹੜੇ ਨੇ ਬਾਹਰ ਨੂੰ ਕੰਟਰੈਕਟ ਹੋਣਗੇ। ਜਦੋਂ ਸ਼ੂ ਬਾਹਰ ਨੂੰ ਕੰਟਰੈਕਟ ਹੋਣਗੇ ਤੇ ਉਹਦੇ ਨਾਲ ਕੀ ਹੋਏਗਾ, ਜਿਹੜੇ ਬ੍ਰੇਕ ਡਰਮ ਜਿਹੜਾ ਘੁੰਮਦਾ ਹੋਏਗਾ ਉਹ ਰੁਕਣ ਦੀ ਕੋਸ਼ਿਸ਼ ਕਰੇਗਾ। ਠੀਕ ਹੈ ਜੀ, ਇਹਦੇ 'ਚ ਕੀ ਕਹਿਤਾ ਲਾਸਟ ਤੇ ਉਹਨਾਂ ਨੇ ਵੀ ਇਹਨਾਂ ਨੂੰ ਐਂਕਰ ਕੀਤਾ ਜਾਊਗਾ ਇੱਕ ਐਂਡ ਤੋਂ, ਤੇ ਦੂਜੇ ਐਂਡ ਤੇ ਕੋਈ ਏਦਾਂ ਦਾ ਮਕੈਨਿਜ਼ਮ ਲਗਾ ਦਿੱਤਾ ਜਾਏਗਾ ਜਿੰਨੇ ਫੋਰਸ ਅਪਲਾਈ ਕਰਨੀ ਹੈ, ਤੇ ਉਸ ਫੋਰਸ ਦੇ ਨਾਲ ਕੀ ਹੈ, ਸਾਡਾ ਜਿਹੜਾ ਡਰਮ ਹੈ ਉਹ ਰੋਟੇਟ ਕਰਦਾ ਹੋਇਆ ਰੁਕ ਜਾਏਗਾ। ਇਹ ਵੀ ਡਰਮ ਬ੍ਰੇਕ ਹੀ ਹੈ। ਇਹ ਦੇਖੋ ਉੱਪਰ ਸਿਲੰਡਰ ਹੈ, ਨੀਚੇ ਐਂਕਰ ਹੈ, ਸਪਰਿੰਗਸ ਲੱਗੇ ਨੇ। ਸਪਰਿੰਗਸ ਕੀ ਕਰਦੇ ਨੇ, ਇੱਕ ਦੂਜੇ ਤੋਂ ਦੂਰ ਰੱਖਣ ਦੀ ਟਰਾਈ ਕਰਦੇ ਨੇ। ਦਿਸ ਫੋਰਸਿਸ ਦੀ ਬ੍ਰੇਕ ਸ਼ੂ ਅਗੇਂਸਟ ਦੀ ਰਿਵੋਲਵਿੰਗ ਡਰਮ। ਜਦੋਂ ਅਸੀਂ ਬ੍ਰੇਕ ਪੈਡਲ ਪ੍ਰੈਸ ਕਰਾਂਗੇ ਉਦੋਂ ਕੀ ਹੋਏਗਾ, ਜਿਹੜੇ ਬ੍ਰੇਕ ਸ਼ੂ ਨੇ ਉਹ ਰਿਵੋਲਵਿੰਗ ਡਰਮ ਦੇ ਅਗੇਂਸਟ ਪ੍ਰੈਸ ਹੋਣਗੇ, ਫੋਰਸ ਲਗਾਉਣਗੇ। ਜਦੋਂ ਅਸੀਂ ਬ੍ਰੇਕ ਪੈਡਲ ਨੂੰ ਪ੍ਰੈਸ ਕਰਾਂਗੇ ਉਦੋਂ ਕੀ ਹੋਏਗਾ, ਇਹ ਵਾਲੇ ਜਿਹੜੇ ਬ੍ਰੇਕ ਸ਼ੂ ਨੇ ਇਹਦੇ ਸਾਈਡ ਤੇ ਰਿਵੋਲਵਿੰਗ ਡਰਮ ਹੈ, ਉਹਨਾਂ ਰਿਵੋਲਵਿੰਗ ਡਰਮ ਦੇ ਉੱਪਰ ਇੱਕ ਫੋਰਸ ਪਏਗੀ। ਉਸ ਫੋਰਸ ਦੇ ਨਾਲ ਕੀ ਹੋਏਗਾ, ਇਹ ਜਿਹੜੇ ਬ੍ਰੇਕ ਸ਼ੂ ਨੇ ਇਹ ਬ੍ਰੇਕ ਡਰਮ ਦੇ ਕੰਟੈਕਟ ਦੇ ਵਿੱਚ ਆਣਗੇ। ਸੋ ਬ੍ਰੇਕ ਸ਼ੂਜ਼ ਆਰ ਐਕਸਪੈਂਡਡ ਆਊਟਵਰਡ ਟੂ ਹੋਲਡ ਦੀ ਰੋਟੇਟਿੰਗ ਬ੍ਰੇਕ ਡਰਮ। ਇਸ ਤਰ੍ਹਾਂ ਕੀ ਹੋਏਗਾ, ਬ੍ਰੇਕ ਸ਼ੂ ਜਿਹੜੇ ਨੇ ਬਾਹਰ ਨੂੰ ਐਕਸਪੈਂਡ ਹੋਣਗੇ। ਬਾਹਰ ਨੂੰ ਐਕਸਪੈਂਡ ਹੋ ਕੇ ਉਹ ਕੀ ਕੋਸ਼ਿਸ਼ ਕਰਨਗੇ, ਉਹ ਕੋਸ਼ਿਸ਼ ਕਰਨਗੇ ਜਿਹੜਾ ਬ੍ਰੇਕ ਡਰਮ ਰੋਟੇਟ ਕਰਦਾ ਪਿਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਹੋਲਡ ਕਰਨ ਦੀ ਕੋਸ਼ਿਸ਼ ਕਰਨਗੇ, ਰੋਕਣ ਦੀ ਕੋਸ਼ਿਸ਼ ਕਰਨਗੇ। ਐਨ ਐਡਜਸਟਰ ਇਜ਼ ਆਲਸੋ ਪ੍ਰੋਵਾਈਡਡ ਟੂ ਕੰਪਨਸੇਟ ਫॉर ਵੀਅਰ ਆਫ ਬ੍ਰੇਕ ਲਾਈਨਿੰਗ ਵਿਦ ਯੂਜ਼। ਉਹ ਕਹਿੰਦੇ ਇੱਕ ਐਡਜਸਟਰ ਵੀ ਪ੍ਰੋਵਾਈਡ ਕੀਤਾ ਜਾਊਗਾ। ਇਹ ਦੇਖੋ ਐਡਜਸਟਰ ਲਿਖਿਆ ਨੀਚੇ, ਇੱਕ ਐਡਜਸਟਰ ਪ੍ਰੋਵਾਈਡ ਕੀਤਾ ਜਾਊਗਾ। ਉਸ ਐਡਜਸਟਰ ਦੇ ਨਾਲ ਅਸੀਂ ਕੀ ਕਰ ਸਕਾਂਗੇ, ਜਿੱਦਾਂ ਆਪਾਂ ਬ੍ਰੇਕ ਨੂੰ ਟਾਈਟ ਕਰਦੇ ਹਾਂ ਜਾਂ ਬ੍ਰੇਕ ਨੂੰ ਢਿੱਲਾ ਕਰਦੇ ਹਾਂ ਨਾ, ਬ੍ਰੇਕ ਕੱਸਦੇ ਹਾਂ, ਉਦਾਂ ਹੀ ਐਡਜਸਟਰ ਦਾ ਕੰਮ ਵੀ ਇਹੀ ਹੋਏਗਾ ਵੀ ਜੇ ਸਾਡੀ ਜਿਹੜੀ ਸਾਡੀ ਵੀ ਆਪਣਾ ਬ੍ਰੇਕ ਸ਼ੂ ਹੈ ਉਹ ਜੇ ਵੀਅਰ ਹੋ ਗਿਆ, ਉਸ ਵੀਅਰ ਨੂੰ ਕੰਪਨਸੇਟ ਕਰਨ ਦੇ ਲਈ ਅਸੀਂ ਕੀ ਕਰਾਂਗੇ, ਉੱਥੋਂ ਐਡਜਸਟਰ ਨੂੰ ਟਾਈਟ ਜਾਂ ਲੂਜ਼ ਕਰ ਲਵਾਂਗੇ ਤੇ ਜਿੱਦਾਂ ਮਰਜ਼ੀ ਆਪਾਂ ਉਹਨੂੰ ਆਪਣੇ ਅਕੋਰਡਿੰਗ ਯੂਜ਼ ਕਰ ਸਕਦੇ ਹਾਂ। ਸੋ ਇਹ ਸੀਗਾ ਤੁਹਾਡਾ ਬ੍ਰੇਕ ਡਰਮ ਬ੍ਰੇਕ, ਜਿਹਦੇ ਵਿੱਚ ਇੰਟਰਨਲ ਐਕਸਪੈਂਡਿੰਗ ਟਾਈਪ ਸੀਗਾ, ਵੀ ਮਤਲਬ ਅੰਦਰੋਂ ਅੰਦਰ ਐਕਸਪੈਂਡ ਕਰਦੇ ਸੀਗੇ ਸ਼ੂ, ਉਹ ਸੀਗਾ ਇੰਟਰਨਲ ਐਕਸਪੈਂਡਿੰਗ ਟਾਈਪ। ਹੁਣ ਅੱਗੋਂ ਗੱਲ ਕਰਦੇ ਹਾਂ ਲੀਡਿੰਗ ਤੇ ਟ੍ਰੇਲਿੰਗ ਸ਼ੂ ਦੀ। ਦੋ ਜਿਹੜੇ ਆਪਾਂ ਗੱਲ ਕੀਤੀ, ਦੋ ਸ਼ੂ ਹੋਣਗੇ, ਇਹਨਾਂ ਚੋਂ ਇੱਕ ਸ਼ੂ ਜਿਹੜਾ ਹੋਏਗਾ ਉਹ ਲੀਡਿੰਗ ਹੋਏਗਾ, ਦੂਜਾ ਸ਼ੂ ਜਿਹੜਾ ਹੋਏਗਾ ਉਹ ਟ੍ਰੇਲਿੰਗ ਸ਼ੂ ਹੋਏਗਾ। It is seen from figure that tip of leading shoe is dragged along the drum even when there is no braking force, while the tip of trailing shoe is thrown off the brake drum। ਤੁਹਾਨੂੰ ਇੱਕ ਫਿਗਰ ਦਿਖਾਣਾ, ਉਹਦੇ 'ਚ ਤੁਸੀਂ ਦੇਖਿਓ ਜਿਹੜਾ ਲੀਡਿੰਗ ਸ਼ੂ ਹੈ ਉਹ ਡਰੈਗ ਕਰਦਾ ਪਿਆ ਤੇ ਟ੍ਰੇਲਿੰਗ ਸ਼ੂ ਜਿਹੜਾ ਹੈ ਉਹ ਥਰੋਨ ਆਫ ਹੁੰਦਾ ਪਿਆ। ਇਹ ਦੇਖੋ, ਇਹ ਟਿਪ, ਇਹਨੂੰ ਅਸੀਂ ਟਿਪ ਕਹਿੰਦੇ ਆ, ਇਹ ਪਾਰਟ ਨੂੰ। ਇਹ ਹੋ ਗਿਆ ਲੀਡਿੰਗ ਸ਼ੂ, ਇਹ ਉਹਦਾ ਟਿਪ। ਇਹ ਹੋ ਗਿਆ ਟ੍ਰੇਲਿੰਗ ਸ਼ੂ, ਇਹ ਉਹਦਾ ਟਿਪ ਹੋ ਗਿਆ। ਦੋਨੋਂ ਸ਼ੂਜ਼ ਅਲੱਗ-ਅਲੱਗ ਨੇ, ਇਹ ਲੀਡਿੰਗ ਸ਼ੂਜ਼ ਹੈ, ਇਹ ਟ੍ਰੇਲਿੰਗ ਸ਼ੂਜ਼ ਹੈ। ਡਾਇਰੈਕਸ਼ਨ ਆਫ ਰੋਟੇਸ਼ਨ ਇੱਧਰ ਦੀ ਹੈ। ਠੀਕ ਹੈ ਜੀ, ਇਹ ਟਿਪ ਹੈ ਲੀਡਿੰਗ ਸ਼ੂ ਦੀ, ਇਹ ਟਿਪ ਹੈ ਟ੍ਰੇਲਿੰਗ ਸ਼ੂ ਦੀ। ਕੀ ਕਹਿੰਦੇ ਹੋ, ਜਦੋਂ ਕਹਿੰਦੇ ਵੀਲ ਚੱਲਦਾ ਪਿਆ ਨਾ, ਵੀਲ ਘੁੰਮਦਾ ਪਿਆ, ਡਾਇਰੈਕਸ਼ਨ ਆਫ ਰੋਟੇਸ਼ਨ ਏਦਾਂ ਹੈ, ਉਸ ਟਾਈਮ ਕੀ ਹੁੰਦਾ ਪਿਆ, ਚਾਹੇ ਬ੍ਰੇਕ ਲੱਗਦੀ ਪਈ ਹੈ ਚਾਹੇ ਬ੍ਰੇਕ ਲਈ ਨਹੀਂ ਲੱਗਦੀ ਪਈ, ਇਹ ਜਿਹੜਾ ਬ੍ਰੇਕ ਸ਼ੂ ਹੈ ਨਾ ਇਹ ਆਂਦਾ ਪਿਆ ਇਹਦੇ ਕੰਟੈਕਟ ਦੇ ਵਿੱਚ, ਆਪਣੇ ਡਰਮ ਦੇ ਕੰਟੈਕਟ ਦੇ ਵਿੱਚ, ਚਾਹੇ ਬ੍ਰੇਕ ਲੱਗਦੀ ਪਈ ਚਾਹੇ ਬ੍ਰੇਕ ਨਹੀਂ ਲੱਗਦੀ ਪਈ, ਇਹ ਥੋੜਾ ਬਹੁਤਾ ਡਰਮ ਨੂੰ ਟੱਚ ਕਰਦਾ ਪਿਆ। ਜਦੋਂ ਇਹ ਡਰਮ ਨੂੰ ਟੱਚ ਕਰੇਗਾ ਉਦੋਂ ਕੀ ਹੋਏਗਾ, ਕੀ ਕਹਿੰਦੇ ਹੋ,
द टिप ऑफ लीडिंग शू इज ड्रैगड अलोंग, ਉਹ ਕੀ ਕਰੇਗੀ, ਡਰੈਗ ਕਰਨ ਦੀ ਕੋਸ਼ਿਸ਼ ਕਰੇਗੀ ਜਿੱਧਰ ਡਰੈਗ ਇਹ ਘੁੰਮਦਾ ਪਿਆ। ਜੇ ਮੰਨ ਲਓ ਇਹ ਇੱਧਰ ਨੂੰ ਘੁੰਮਦਾ ਪਿਆ, ਉਦੋਂ ਜਿਹੜਾ ਇਹਦਾ ਫ੍ਰਿਕਸ਼ਨ ਮਟੀਰੀਅਲ ਹੈ ਉਹਨੇ ਵੀ ਇਹਦੇ ਨਾਲ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਹੈ, ਚਾਹੇ ਬ੍ਰੇਕ ਲੱਗਦੀ ਪਈ ਚਾਹੇ ਬ੍ਰੇਕ ਨਹੀਂ ਲੱਗਦੀ ਪਈ। ਤੇ ਜੇ ਆਪਾਂ ਪਿੱਛੇ ਵਾਲੇ ਦੀ ਗੱਲ ਕਰਦੇ ਹਾਂ, ਇਹਨੇ ਕੀ ਕਰਨਾ ਹੈ, ਇਹਨੇ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਫਿਗਰ ਤੋਂ ਕੀ ਕਲੀਅਰ ਹੋਇਆ ਵੀ ਜਿਹੜੀ ਲੀਡਿੰਗ ਸ਼ੂ ਦੀ ਟਿਪ ਸੀਗੀ ਉਹ ਨਾਲ ਘਿਸਣ ਦੀ ਕੋਸ਼ਿਸ਼ ਕਰਦੀ ਪਈ ਸੀਗੀ, ਤੇ ਜਿਹੜੀ ਟ੍ਰੇਲਿੰਗ ਸ਼ੂ ਦੀ ਟ੍ਰਿਪ ਸੀਗੀ ਉਹ ਘਿਸਦੀ ਨਹੀਂ ਪਈ ਸੀਗੀ, ਉਹ ਥਰੋਨ ਆਫ ਹੋਣ ਦੀ ਕੋਸ਼ਿਸ਼ ਕਰਦੀ ਪਈ ਸੀਗੀ, ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਪਈ ਸੀਗੀ। Thus, the net force exerted on the leading shoe becomes more than the trailing shoes when brakes are applied. ਇਸ ਕਰਕੇ ਆਪਾਂ ਜਦੋਂ ਬ੍ਰੇਕਸ ਅਪਲਾਈ ਕਰਾਂਗੇ ਉਦੋਂ ਕੀ ਹੋਏਗਾ, ਇਸ ਸ਼ੂ ਦੇ ਉੱਪਰ ਜਿਹੜੀ ਫੋਰਸ ਲੱਗੇਗੀ ਉਹ ਜ਼ਿਆਦਾ ਲੱਗੇਗੀ, ਇਸ ਸ਼ੂ ਦੇ ਉੱਪਰ ਜਿਹੜੀ ਫੋਰਸ ਲੱਗੇਗੀ ਉਹ ਘੱਟ ਲੱਗੇਗੀ। ਠੀਕ ਹੈ ਜੀ, ਕਿਉਂ? ਕਿਉਂਕਿ ਇਹ ਤੇ ਪਹਿਲੇ ਹੀ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ, ਜਦੋਂ ਆਪਾਂ ਬ੍ਰੇਕਸ ਅਪਲਾਈ ਕਰਤੀਆਂ ਉਦੋਂ ਵਾਲੇ ਤੇ ਫੋਰਸ ਹੋਰ ਲੱਗੀ, ਤੇ ਜ਼ਿਆਦਾ ਫੋਰਸ ਕਿਹਦੇ ਤੇ ਲੱਗੀ, ਇਹ ਵਾਲੇ ਸ਼ੂ ਤੇ, ਲੀਡਿੰਗ ਸ਼ੂ ਤੇ। As such, the braking effect produced at the two shoes is unequal. ਏਦਾਂ ਫਿਰ ਜਿਹੜਾ ਬ੍ਰੇਕਿੰਗ ਇਫੈਕਟ ਪੈਦਾ ਹੋਏਗਾ ਦੋਨੋਂ ਸ਼ੂਜ਼ ਤੇ ਉਹ ਇਕੁਅਲ ਨਹੀਂ ਹੋਏਗਾ। ਇੱਥੇ ਬ੍ਰੇਕਿੰਗ ਇਫੈਕਟ ਜ਼ਿਆਦਾ ਪੈਦਾ ਹੋਏਗਾ, ਇੱਥੇ ਬ੍ਰੇਕਿੰਗ ਇਫੈਕਟ ਘੱਟ ਪੈਦਾ ਹੋਏਗਾ। ਇੱਥੋਂ ਕੀ ਕਲੀਅਰ ਹੋਇਆ ਵੀ ਜਿਹੜਾ ਬ੍ਰੇਕਿੰਗ ਇਫੈਕਟ ਪੈਦਾ ਹੋਇਆ ਦੋਨਾਂ ਸ਼ੂਜ਼ ਤੇ ਉਹ ਅਨਇਕੁਅਲ ਹੋਇਆ, ਇੱਧਰ ਜ਼ਿਆਦਾ ਬ੍ਰੇਕਿੰਗ ਇਫੈਕਟ ਪੈਦਾ ਹੋ ਗਿਆ, ਇੱਧਰ ਬ੍ਰੇਕਿੰਗ ਇਫੈਕਟ ਘੱਟ ਪੈਦਾ ਹੋਇਆ। ਬ੍ਰੇਕਿੰਗ ਫੋਰਸ ਐਟ ਦੀ ਲੀਡਿੰਗ ਸ਼ੂ ਇਜ਼ ਮੋਰ ਦੈਨ ਦੀ ਟ੍ਰੇਲਿੰਗ ਸ਼ੂ। ਇਹ ਗੱਲ ਤੇ ਆਪਾਂ ਕਰ ਚੁੱਕੇ ਹਾਂ ਵੀ ਜਿਹੜੀ ਲੀਡਿੰਗ ਸ਼ੂ ਹੋਏਗਾ ਉਹਦੇ ਤੇ ਬ੍ਰੇਕਿੰਗ ਫੋਰਸ ਜ਼ਿਆਦਾ ਹੋਏਗੀ, ਟ੍ਰੇਲਿੰਗ ਸ਼ੂ ਤੇ ਬ੍ਰੇਕਿੰਗ ਫੋਰਸ ਘੱਟ ਹੋਏਗੀ। ਡਿਊ ਟੂ ਦਿਸ ਲੀਡਿੰਗ ਸ਼ੂ ਫੈਟਸ ਕੁਇਕਰ ਦੈਨ ਦੀ ਟ੍ਰੇਲਿੰਗ ਸ਼ੂਜ਼ ਆਫਟਰ ਲੌਂਗ ਯੂਜ਼। ਇਸ ਕਰਕੇ ਉਹ ਕੀ ਕਹਿੰਦੇ ਨੇ ਵੀ ਜਿਹੜਾ ਲੀਡਿੰਗ ਸ਼ੂ ਹੋਏਗਾ ਨਾ ਉਹ ਜਲਦੀ ਘਸੇਗਾ ਰੈਦਰ ਦੈਨ ਦੀ ਟ੍ਰੇਲਿੰਗ ਸ਼ੂ। ਜਿਹੜਾ ਟ੍ਰੇਲਿੰਗ ਸ਼ੂ ਹੋਏਗਾ ਉਹ ਥੋੜਾ ਲੇਟ ਘਸੇਗਾ, ਤੇ ਜਿਹੜਾ ਲੀਡਿੰਗ ਸ਼ੂ ਹੋਏਗਾ ਉਹ ਥੋੜਾ ਜਲਦੀ ਘਸੇਗਾ। ਜਲਦੀ ਕਿਉਂ ਘਸੇਗਾ ਉਹ ਤੁਹਾਨੂੰ ਰੀਜ਼ਨ ਆਪਾਂ ਉੱਤੇ ਐਕਸਪਲੇਨ ਕਰ ਚੁੱਕੇ ਹਾਂ ਵੀ ਜਿਹੜਾ ਲੀਡਿੰਗ ਸ਼ੂ ਹੈ ਉਹ ਹਮੇਸ਼ਾ ਕੰਟੈਕਟ ਦੇ ਵਿੱਚ ਰਹਿੰਦਾ, ਕੰਟੈਕਟ ਦੇ ਵਿੱਚ ਰਹਿਣ ਕਰਕੇ ਉੱਤੇ ਫੋਰਸ ਲੱਗਦੀ ਰਹਿੰਦੀ ਹੈ, ਉਸ ਫੋਰਸ ਦੇ ਕਾਰਨ ਲੀਡਿੰਗ ਸ਼ੂ ਜਿਹੜਾ ਹੈ ਉਹ ਜਲਦੀ ਘਸਦਾ ਹੈ ਤੇ ਟ੍ਰੇਲਿੰਗ ਸ਼ੂ ਜਿਹੜਾ ਹੈ ਲੇਟ ਘਸਦਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਐਕਸਟਰਨਲ ਕੰਟਰੈਕਟਿੰਗ ਬ੍ਰੇਕ ਦੀ। ਐਕਸਟਰਨਲ ਕੰਟਰੈਕਟਿੰਗ ਬ੍ਰੇਕ ਕਿਹੜੀ ਹੈ? ਦਿਸ ਟਾਈਪ ਆਫ ਬ੍ਰੇਕ ਕੰਸਿਸਟ ਆਫ ਏ ਡਰਮ। ਐਦਾਂ ਦੀ ਬ੍ਰੇਕ ਦੇ ਵਿੱਚ ਕੀ ਹੋਏਗਾ, ਇੱਕ ਡਰਮ ਹੋਏਗਾ, ਇੱਕ ਐਕਸਟਰਨਲ ਕੰਟਰੈਕਟਿੰਗ ਬ੍ਰੇਕ ਬੈਂਡ ਹੋਏਗਾ, ਲਿੰਕੇਜ ਹੋਏਗਾ ਤੇ ਆਪਰੇਟਿੰਗ ਲੀਵਰ ਹੋਏਗਾ। ਚਾਰ ਚੀਜ਼ਾਂ ਹੋਣਗੀਆਂ ਇਸ ਬ੍ਰੇਕ ਦੇ ਵਿੱਚ, ਡਰਮ, external contracting brake band, linkage and operating lever. It is usually the hand brake। ਜਿਹੜੀ ਆਪਾਂ ਹੈਂਡ ਬ੍ਰੇਕ ਯੂਜ਼ ਕਰਦੇ ਹਾਂ ਉਹ ਐਕਸਟਰਨਲ ਕੰਟਰੈਕਟਿੰਗ ਬ੍ਰੇਕ ਹੈ, ਜਿਹਦੇ ਵਿੱਚ ਕੀ ਹੋਏਗਾ, ਡਰਮ, ਐਕਸਟਰਨਲ ਕੰਟਰੈਕਟਿੰਗ ਬ੍ਰੇਕ ਬੈਂਡ, ਲਿੰਕੇਜ ਐਂਡ ਆਪਰੇਟਿੰਗ ਲੀਵਰ। ਇੱਕ ਵਾਰ ਦੇਖ ਲੈਂਦੇ ਆ। ਇਹ ਦੇਖੋ, ਇਹ ਬ੍ਰੇਕ ਬੈਂਡ ਆ ਗਿਆ, ਬ੍ਰੇਕ ਲਾਈਨਿੰਗ ਆ ਗਈ, ਡਰਮ ਆ ਗਿਆ, ਫਲਕਰਮ ਆ ਗਿਆ ਜਿਹਨੂੰ ਆਪਾਂ ਲੀਵਰ ਕਹਿਤਾ, ਇਹ ਨਾਲ ਲੀਵਰ ਨਾਲ ਅਟੈਚ ਕਰਤਾ। ਮਤਲਬ ਇਹਦੇ 'ਚ ਕੀ ਹੋਏਗਾ, ਇਹ ਚੀਜ਼ ਰੋਟੇਟ ਕਰਦੀ ਪਈ ਹੈ, ਡਰਮ ਰੋਟੇਟ ਕਰਦਾ ਪਿਆ, ਬਾਹਰ ਇੱਕ ਬੈਂਡ ਲੱਗਾ, ਬਾਹਰ ਇੱਕ ਬ੍ਰੇਕ ਬੈਂਡ ਲੱਗਾ ਹੈ। ਆਪਾਂ ਜਦੋਂ ਲੀਵਰ ਪ੍ਰੈਸ ਕਰਾਂਗੇ ਬਾਹਰ ਵਾਲਾ ਬ੍ਰੇਕ ਬੈਂਡ ਕੀ ਕਰੇਗਾ, ਡਰਮ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਅੱਗੇ ਕੀ ਹੁੰਦਾ ਪਿਆ ਸੀਗਾ, ਇੰਟਰਨਲ ਐਕਸਪੈਂਸ਼ਨ ਹੁੰਦੀ ਪਈ ਸੀਗੀ, ਹੁਣ ਕੀ ਹੁੰਦਾ ਪਿਆ, ਬਾਹਰੋਂ ਐਕਸਪੈਂਸ਼ਨ ਨਹੀਂ ਹੁੰਦੀ ਪਈ, ਕੰਟਰੈਕਸ਼ਨ ਹੁੰਦੀ ਪਈ। ਇਸ ਕਰਕੇ ਇਹਨੂੰ ਕਹਿ ਦਿੱਤਾ ਆਪਾਂ ਐਕਸਟਰਨਲ ਕੰਟਰੈਕਟਿੰਗ ਬ੍ਰੇਕ। ਠੀਕ ਹੈ ਜੀ, ਜਿਹੜੀ ਹੈਂਡ ਬ੍ਰੇਕ ਆਪਾਂ ਯੂਜ਼ ਕਰਦੇ ਹਾਂ ਉਹ ਐਕਸਟਰਨਲ ਕੰਟਰੈਕਟਿੰਗ ਬ੍ਰੇਕ ਹੈ। ਦੀ ਡਰਮ ਇਜ਼ ਫਿਟਡ ਵਿਦ ਦੀ ਟਰਾਂਸਮਿਸ਼ਨ ਆਊਟਪੁੱਟ ਸ਼ਾਫਟ ਐਂਡ ਰੋਟੇਟ ਵਿਦ ਇਟ। ਜਿਹੜਾ ਡਰਮ ਹੋਏਗਾ ਉਹ ਕਿਹਦੇ ਨਾਲ ਅਟੈਚ ਹੋਏਗਾ, ਟਰਾਂਸਮਿਸ਼ਨ ਆਊਟਪੁੱਟ ਸ਼ਾਫਟ ਦੇ ਨਾਲ ਅਟੈਚ ਹੋਏਗਾ ਤੇ ਉਹਦੇ ਨਾਲ ਹੀ ਰੋਟੇਟ ਕਰੇਗਾ। ਜਿੱਦਾਂ ਜਿੱਦਾਂ ਟਰਾਂਸਮਿਸ਼ਨ ਰੋਟੇਟ ਕਰੇਗੀ, ਗੀਅਰ ਅੱਗੋਂ ਆਪਾਂ ਪਾਵਾਂਗੇ, ਉਦਾਂ ਉਦਾਂ ਇਹ ਡਰਮ ਰੋਟੇਟ ਕਰੇਗਾ। ਦੀ ਬ੍ਰੇਕ ਬੈਂਡ ਇਜ਼ ਪ੍ਰੋਵਾਈਡਡ ਵਿਦ ਬ੍ਰੇਕ ਲਾਈਨਿੰਗ। ਜਿਹੜਾ ਬ੍ਰੇਕ ਡਰਮ ਆਪਣਾ ਬ੍ਰੇਕ ਬੈਂਡ ਆਪਾਂ ਯੂਜ਼ ਕਰਾਂਗੇ, ਇਹ ਬਾਹਰ ਜਿਹੜਾ ਬ੍ਰੇਕ ਬੈਂਡ ਯੂਜ਼ ਕਰਦੇ ਪਏ ਸੀਗੇ ਇਹਦੇ ਉੱਤੇ ਫ੍ਰਿਕਸ਼ਨ ਦੀ ਇੱਕ ਲਾਈਨਿੰਗ ਲੱਗੀ ਹੋਏਗੀ। ਬ੍ਰੇਕ ਬੈਂਡ ਇਜ਼ ਲੋਕੇਟਡ ਆਊਟਸਾਈਡ ਦੀ ਬ੍ਰੇਕ ਡਰਮ ਐਂਡ ਇਨਸਰਕਲਸ ਇਟ। ਜਿਹੜਾ ਬ੍ਰੇਕ ਬੈਂਡ ਹੋਏਗਾ ਉਹ ਬ੍ਰੇਕ ਡਰਮ ਦੇ ਬਾਹਰ ਹੋਏਗਾ, ਅੰਦਰ ਬ੍ਰੇਕ ਡਰਮ ਹੈ, ਬਾਹਰ ਬ੍ਰੇਕ ਬੈਂਡ ਹੈ, ਤੇ ਬ੍ਰੇਕ ਬੈਂਡ ਕੀ ਕਰੇਗਾ, ਉਹਨੂੰ ਇਨਸਰਕਲ ਕਰੇਗਾ ਵੀ ਜਿਸ ਸਰਕਲ ਦੇ ਵਿੱਚ ਬ੍ਰੇਕ ਡਰਮ ਸੀਗਾ ਉਸੇ ਸਰਕਲ ਦੇ ਵਿੱਚ, ਉਸੇ ਸ਼ੇਪ ਦੇ ਵਿੱਚ ਬ੍ਰੇਕ ਬੈਂਡ ਆ ਗਿਆ। ਔਨ ਐਪਲੀਕੇਸ਼ਨ ਆਫ ਦੀ ਬ੍ਰੇਕ ਬੈਂਡ ਕੰਟਰੈਕਟ ਐਂਡ ਹੋਲਡ ਦੀ ਰੋਟੇਟਿੰਗ ਡਰਮ। ਜਦੋਂ ਅਸੀਂ ਅਪਲਾਈ ਕਰਾਂਗੇ ਇਸ ਬ੍ਰੇਕ ਨੂੰ, ਬੈਂਡ ਕੀ ਕਰੇਗਾ, ਬੈਂਡ ਕੰਟਰੈਕਟ ਹੋਏਗਾ, ਬੈਂਡ ਇਕੱਠਾ ਹੋਣ ਦੀ ਕੋਸ਼ਿਸ਼ ਕਰੇਗਾ। ਜਦੋਂ ਬੈਂਡ ਇਕੱਠਾ ਹੋਣ ਦੀ ਕੋਸ਼ਿਸ਼ ਕਰੇਗਾ, ਅੰਦਰ ਜਿਹੜਾ ਡਰਮ ਰੋਟੇਟ ਕਰਦਾ ਪਿਆ ਉਸ ਡਰਮ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਕੰਮ ਕਰਦੀ ਹੈ ਐਕਸਟਰਨਲ ਕੰਟਰੈਕਟਿੰਗ ਬ੍ਰੇਕ। ਸੋ ਅੱਜ ਲਈ ਇੰਨਾ ਹੀ, ਬਾਕੀ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ। ਫਿਲਹਾਲ ਇੰਨਾ ਹੀ।